ਆਪ ਨ ਛਾਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ। ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜੁਨ ਮਾਹੇ ਧਰੀ। ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤ ਅਰਜੁਨ ਮਾਹੇ ਧਰੀ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਸੁਕਾਓ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਸੰਬੰਧੀ ਨੂਰ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਜਨ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ। ਐਸੀ ਚਿੰਤਾ ਮੈਂ ਜੇ ਮਰੈ। ਸਰਪ ਜੋਨ ਵਲ ਵਲ ਉਤਰੈ। ਅਰੀ ਬਾਈ ਗੋਬਿੰਦ ਨਾਮ ਮਨ ਬਿਸਰੈ। ਅੰਤ ਕਾਲ ਜੋ ਲక్ష్ਮੀ ਸਿਮਰੈ। ਐਸੀ ਚਿੰਤਾ ਮੈਂ ਜੇ ਮਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਗੁਰੂ ਦਰਬਾਰ ਦੇ ਅੰਦਰ ਬੈਠ ਕੇ ਸਤਿਗੁਰਾਂ ਦੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ ਨੇ। ਮਿਲਿਆ ਹੋਇਆ ਸਮਾਂ ਇਹ ਮਨੁੱਖਾ ਜਨਮ ਦੇ ਅੰਦਰ ਔਰ ਮਿਲਿਆ ਹੋਇਆ ਇਹ ਮਨੁੱਖਾ ਜਨਮ ਆਪ ਸੰਗਤਾਂ ਨੇ ਸਫਲਾ ਬਣਾਇਆ। ਜਨਮ ਵੀ ਸਫਲਾ ਹੋਇਆ ਔਰ ਇਸ ਜਨਮ ਦੇ ਅੰਦਰ ਮਿਲਿਆ ਹੋਇਆ ਸਮਾਂ ਵੀ ਸਫਲਾ ਹੋ ਰਿਹਾ ਹੈ। ਵੱਡੇ ਭਾਗ ਨੇ ਜੋ ਸਤ ਸੰਗਤ ਦੀ ਪ੍ਰਾਪਤੀ ਅੰਮ੍ਰਿਤ ਵੇਲੇ ਕਰਕੇ ਬੈਠੇ ਹਾਂ। ਇਸ ਵੇਲੇ ਗੁਰਬਾਣੀ ਦੀ ਕਥਾ ਆਪਾਂ ਸਰਵਣ ਕਰਦੇ ਹਾਂ। ਲੜੀਵਾਰ ਸਤਿਗੁਰੂ ਜੀ ਸਾਨੂੰ ਇਹ ਜੋ ਸ਼ਬਦ ਹਨ ਬਖਸ਼ਿਸ਼ ਕਰ ਰਹੇ ਨੇ। ਅੱਜ ਦੀ ਇਹ ਵਿਚਾਰ ਆਪਾਂ 526 ਅੰਗ ਦੇ ਉੱਪਰ ਇਸ ਸ਼ਬਦ ਨੂੰ ਸਰਵਣ ਕਰਨ ਜਾ ਰਹੇ ਹਾਂ। ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਟਿਕਾਈਏ। ਬੜੀ ਭਾਵਨਾ ਨਾਲ ਸ਼ਰਧਾ ਦੇ ਨਾਲ ਗੁਰੂ ਦੇ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੂਜਰੀ ਰਾਗ ਦਾ ਨਾਮ ਹੈ ਅਤੇ ਇਹ ਰਾਗ ਜਿਹੜਾ ਹੈ ਸਵੇਰੇ 7:30 ਵਜੇ ਇਸ ਨੂੰ ਗਾਉਣ ਦਾ ਸਮਾਂ ਜਿਹੜੇ ਰਾਗ ਗਵਈਏ ਨੇ ਉਹਨਾਂ ਨੇ ਇਹ ਸਮਾਂ ਦੱਸਿਆ ਕਿ ਸਵੇਰ ਦੇ 7:30 ਵਜੇ ਇਸ ਨੂੰ ਗਾਇਆ ਜਾ ਸਕਦਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਇਸ ਰਾਗ ਨੂੰ ਦਰਜ ਕੀਤਾ ਗਿਆ ਹੈ। 5ਵਾਂ ਇਹ ਰਾਗ ਹੈ। ਸੋ ਭਗਤ ਤਰਲੋਚਨ ਜੀਆਂ ਦਾ ਆਪਾਂ ਸ਼ਬਦ ਜਿਹੜਾ ਹੈ ਉਹ ਸਰਵਣ ਕਰ ਰਹੇ ਹਾਂ। ਭਗਤ ਤਰਲੋਚਨ ਜੀਆਂ ਦੇ ਕੋਲ ਕਿਸੇ ਨੇ ਆ ਕੇ ਬੇਨਤੀ ਕੀਤੀ, ਕਹਿਣ ਲੱਗਾ ਜੀ ਇਹ ਜਿਹੜਾ ਜੀਵ ਹੈ ਇਹ ਦੂਜੀਆਂ ਜੂਨਾਂ ਵਿੱਚ ਕਿਵੇਂ ਚਲੇ ਜਾਂਦਾ ਹੈ? ਸੋ ਇਹਦੇ ਜਾਣ ਦਾ ਕਾਰਨ ਕੀ ਹੈ, ਜਾਂ ਇਹ ਜੀਵ ਮੁਕਤ ਕਿਵੇਂ ਹੁੰਦਾ ਹੈ? ਕਿਰਪਾ ਕਰਕੇ ਇਹਦੇ ਬਾਰੇ ਦੱਸੋ। ਅਤੇ ਉਸ ਵੇਲੇ ਭਗਤ ਤਰਲੋਚਨ ਜੀ ਕਹਿਣ ਲੱਗੇ, ਭਾਈ ਪਿਆਰਿਆ, ਗੱਲ ਇਹ ਹੈ ਕਿ ਮਰਨ ਵੇਲੇ ਜਿਸ ਪਾਸੇ ਮਨੁੱਖ ਦਾ ਧਿਆਨ ਚਲਾ ਜਾਏ ਅਤੇ ਉਹ ਮਨੁੱਖ ਦੀ ਆਖਰੀ ਇੱਛਾ ਹੋਇਆ ਕਰਦੀ ਹੈ ਵੀ ਹੁਣ ਜਾਨ ਨਿਕਲਦੀ ਪਈ ਹੈ, ਪਰ ਕੋਈ ਨਾ ਕੋਈ ਫੁਰਨਾ ਬਣ ਗਿਆ, ਕੋਈ ਨਾ ਕੋਈ ਇੱਛਾ ਬਣ ਗਈ। ਮਰਨ ਵੇਲੇ ਇੱਧਰੋਂ ਜਾਨ ਨਿਕਲਦੀ, ਸਵਾਸ ਨਿਕਲਦੇ ਪਏ, ਉੱਧਰੋਂ ਫੁਰਨਾ ਬਣ ਗਿਆ ਅਤੇ ਪਰਮਾਤਮਾ ਉਸ ਫੁਰਨੇ ਨੂੰ ਪਹਿਲਾਂ ਪੂਰਾ ਕਰਦਾ ਹੈ ਵੀ ਇਹ ਫੁਰਨਾ ਲੈ ਕੇ ਮਰਿਆ ਹੈ, ਇਸ ਦਾ ਫੁਰਨਾ ਪੂਰਾ ਕੀਤਾ ਜਾਵੇ। ਤਾਂ ਕਰਕੇ ਮਨੁੱਖ ਅੱਗੇ ਜਨਮਾਂ ਦੇ ਵਿੱਚ ਆਉਂਦਾ ਹੈ। ਸੋ ਸਤਿਗੁਰਾਂ ਦੀ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਤਾਂ ਹੀ ਜਿਹੜਾ ਵਿਅਕਤੀ ਸਰੀਰ ਛੱਡਣ ਵਾਲਾ ਹੈ ਜਾਂ ਕੋਈ ਬਿਮਾਰ ਹੈ ਅਤੇ ਉਹਦੇ ਨੇੜੇ ਇਹ ਪਾਠ ਕੀਤਾ ਜਾਂਦਾ ਹੈ, ਤਾਂ ਕਿ ਸੰਸਾਰ ਵੱਲੋਂ ਧਿਆਨ ਹਟ ਕੇ ਨਿਰੰਕਾਰ ਵੱਲ ਧਿਆਨ ਜੁੜੇ। ਸੰਸਾਰ ਦੀ ਮੋਹ ਮਮਤਾ ਨੂੰ ਝੂਠਾ ਜਾਣ ਕੇ ਇੱਧਰਲੇ ਬੰਨੇ ਬਿਰਤੀ ਨਾ ਲੈ ਕੇ ਆਵੇ, ਇਹਦੀ ਬਿਰਤੀ ਪਰਮਾਤਮਾ ਵਾਲੇ ਪਾਸੇ ਧਿਆਨ ਜਾਵੇ, ਤਾਂ ਕਿ ਇਹ ਜਦੋਂ ਸਰੀਰ ਛੱਡੇ ਤੇ ਮੁਕਤ ਹੋ ਜਾਵੇ। ਤਾਂ ਗੁਰਬਾਣੀ ਦਾ ਪਾਠ ਜਿਹੜਾ ਹੈ ਉਹ ਗੁਰਸਿੱਖ ਗੁਰੂ ਪਿਆਰੇ ਜਿਹੜੇ ਕਰਦੇ ਤੇ ਕਰਾਉਂਦੇ ਨੇ। ਸੋ ਮਹਾਰਾਜ ਕਹਿਣ ਲੱਗੇ, ਜੈਸੀ ਮਨ ਕੀ ਬਾਸਨਾ ਅੰਤ ਸਾਈ ਪ੍ਰਗਟਾਨੀ। ਸੋ ਜਿਸ ਤਰ੍ਹਾਂ ਦੀ ਵਾਸ਼ਨਾ ਮਨ ਵਿੱਚ ਰਹਿ ਗਈ, ਅੰਤ ਵੇਲੇ ਜਿਹੜੀ ਵਾਸ਼ਨਾ ਬਣ ਗਈ ਉਹ ਪੂਰੀ ਹੁੰਦੀ ਹੈ। ਸੋ ਸਾਹਿਬ ਤਰਲੋਚਨ ਜੀ ਇਹ ਜੋ ਸ਼ਬਦ ਹੈ ਭਗਤ ਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ, ਆਓ ਸਰਵਣ ਕਰੀਏ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਗੁਰੂ ਜੀ ਬਖਸ਼ਿਸ਼ ਕਰਦੇ। ਲక్ష్ਮੀ ਨਾਮ ਮਾਇਆ ਦਾ ਹੈ। ਮਨੁੱਖ ਨੇ ਸਾਰੀ ਜ਼ਿੰਦਗੀ ਲਾ ਕੇ, ਸਾਰਾ ਜੀਵਨ ਲਾ ਕੇ, ਪਾਪ ਠੱਗੀ ਜੋ ਵੀ ਹੋਇਆ ਕਰਕੇ ਮਾਇਆ ਦਾ ਖਜ਼ਾਨਾ ਇਕੱਠਾ ਕਰ ਲਿਆ, ਮਾਇਆ ਦੀਆਂ ਤਿਜੋਰੀਆਂ ਭਰ ਲਈਆਂ, ਬੈਂਕ ਦੇ ਅਕਾਊਂਟ ਭਰ ਲਏ, ਬੜਾ ਕੁਝ ਕੀਤਾ, ਪਰ ਮਾਇਆ ਨੂੰ ਇਕੱਠਿਆਂ ਕਰ ਲਿਆ। ਅਤੇ ਪਾਤਸ਼ਾਹ ਕਹਿਣ ਲੱਗੇ ਹੁਣ ਸਰੀਰ ਛੱਡਣ ਦਾ ਸਮਾਂ ਆ ਗਿਆ, ਕਿਉਂਕਿ ਇਹ ਸਰੀਰ ਤੇ ਸਦਾ ਰਹਿ ਨਹੀਂ ਸਕਦਾ। ਇੱਕ ਸਮਾਂ ਆਉਣਾ ਜਦੋਂ ਇਹ ਸਰੀਰ ਛੱਡ ਕੇ ਜਾਣਾ ਪੈਣਾ ਹੈ। ਅਤੇ ਪਾਤਸ਼ਾਹ ਕਹਿਣ ਲੱਗੇ ਜਦੋਂ ਸਰੀਰ ਛੱਡਣ ਦਾ ਹੋ ਗਿਆ ਸਮਾਂ, ਅੰਤ ਕਾਲ ਜੋ ਲక్ష్ਮੀ ਸਿਮਰੈ, ਜਿਹੜਾ ਸਰੀਰ ਛੱਡਣ ਲੱਗਾ ਉਹਨੇ ਮਾਇਆ ਨੂੰ ਚੇਤੇ ਕਰ ਲਿਆ। ਮੈਂ ਤਾਂ ਇੰਨੀ ਕਮਾਈ ਸੀ, ਇੰਨੀ ਇਕੱਠੀ ਕੀਤੀ ਸੀ, ਹੁਣ ਮੈਂ ਛੱਡ ਕੇ ਚੱਲਿਆ। ਮਾਇਆ ਦਾ ਸਿਮਰਨ ਆ ਗਿਆ, ਮਾਇਆ ਦਾ ਧਿਆਨ ਆ ਗਿਆ ਚੇਤੇ ਵਿੱਚ। ਐਸੀ ਚਿੰਤਾ ਮਹਿ ਜੇ ਮਰੈ, ਜਿਹੜਾ ਮਨੁੱਖ ਇਸ ਤਰ੍ਹਾਂ ਦੀ ਚਿੰਤਾ ਦੇ ਵਿੱਚ, ਇਸ ਤਰ੍ਹਾਂ ਦੀ ਸੋਚ ਵਿੱਚ, ਇਸ ਤਰ੍ਹਾਂ ਦੇ ਧਿਆਨ ਵਿੱਚ ਮਰ ਜਾਂਦਾ ਵੀ ਜਾਨ ਨਿਕਲਦੀ ਪਈ ਹੈ, ਸੰਸਾਰ ਦੇ ਵਿੱਚੋਂ ਮਨੁੱਖਾ ਜਨਮ ਨੂੰ ਛੱਡ ਕੇ ਜਾਣ ਲੱਗਾ ਹੈ, ਪਰ ਧਿਆਨ ਚਲੇ ਗਿਆ ਮਾਇਆ ਵਿੱਚ ਵੀ। ਇੰਨੇ ਗੰਜ ਇਕੱਠੇ ਕੀਤੇ, ਇੰਨੇ ਖਜ਼ਾਨੇ ਇਕੱਠੇ ਕੀਤੇ, ਇਸ ਤਰ੍ਹਾਂ ਜਿਹਦਾ ਮਾਇਆ ਵੱਲ ਧਿਆਨ ਚਲੇ ਜਾਂਦਾ ਹੈ। ਸਰਪ ਜੋਨ ਵੱਲ ਵੱਲ ਉਤਰੈ, ਉਹ ਵਾਰ-ਵਾਰ ਫਿਰ ਸੱਪ ਦੀ ਜੂਨ ਦੇ ਵੱਲ ਜਾਂਦਾ ਹੈ। ਸਰਪ ਜੋਨ ਵੱਲ ਵੱਲ ਉਤਰੈ, ਉਤਰੈ ਤੋਂ ਭਾਵ ਉਤਰਦਾ ਹੈ ਸੱਪ ਦੀ ਜੂਨ ਦੇ ਵਿੱਚ, ਕਿਉਂਕਿ ਇਸ ਨੇ ਮਾਇਆ ਨੂੰ ਮੁਖੀ ਰੱਖਿਆ, ਮਾਇਆ ਵਿੱਚ ਮੋਹ ਪਾਇਆ। ਅਤੇ ਕਹਿਣ ਲੱਗੇ ਮਾਇਆ ਵਿੱਚ ਮੋਹ ਹੋਣ ਕਾਰਨ ਕਰਕੇ, ਮਾਇਆ ਵਿੱਚ ਧਿਆਨ ਰਹਿਣ ਕਾਰਨ ਕਰਕੇ ਸੱਪ ਦੀ ਜੂਨ ਵਿੱਚ ਚਲਾ ਗਿਆ, ਸੱਪ ਦੀ ਜੂਨ ਪ੍ਰਾਪਤ ਹੋਈ। ਸੋ ਕਹਿਣ ਲੱਗੇ ਕੁਝ ਵਿਅਕਤੀ ਇਕੱਠੇ ਹੋ ਕੇ ਅਤੇ ਧਾਰਮਿਕ ਸਥਾਨ ਦੀ ਯਾਤਰਾ 'ਤੇ ਚੱਲ ਪਏ। ਜਦੋਂ ਯਾਤਰਾ ਕਰਨ ਵਾਸਤੇ ਧਾਰਮਿਕ ਸਥਾਨ 'ਤੇ ਪਹੁੰਚ ਗਏ
ਤੇ ਮਨ ਵਿੱਚ ਸੋਚਿਆ ਵੀ ਇੱਥੇ ਬਹੁਤ ਲੋਕ ਨੇ ਇਕੱਠੇ ਹੋਏ, ਆਪਣੇ ਕੋਲ ਕੁਝ ਪੈਸਾ ਹੈ, ਕੁਝ ਧਨ ਹੈ, ਤੇ ਇਹ ਨਾ ਹੋਵੇ ਭੀੜ ਦੇ ਵਿੱਚ ਬਹੁਤੇ ਲੋਕਾਂ ਦੇ ਵਿੱਚ ਆਪਣੀ ਮਾਇਆ ਕੋਈ ਚੁਰਾ ਹੀ ਨਾ ਲਵੇ, ਕੋਈ ਚੋਰ ਚੋਕੇ ਨਾ ਲੈ ਜਾਵੇ, ਕੋਈ ਆਪਣੀ ਜੇਬ ਨਾ ਕੱਟ ਦੇਵੇ। ਉਸ ਵੇਲੇ ਕੀ ਕੀਤਾ ਜਾਵੇ, ਆਪਾਂ ਸਾਰੇ ਮਾਇਆ ਇਕੱਠੀ ਕਰਕੇ ਇੱਕ ਥਾਂ 'ਤੇ ਰੱਖ ਚੱਲੀਏ। ਮੇਲਾ ਵੇਖਣ ਤੋਂ ਮਗਰੋਂ ਜਦੋਂ ਵਾਪਸ ਆਵਾਂਗੇ ਇਹ ਮਾਇਆ ਇੱਥੋਂ ਚੁੱਕ ਲਵਾਂਗੇ। ਇਸ ਤਰ੍ਹਾਂ ਸਲਾਹ ਕਰਕੇ ਉਹਨਾਂ ਨੇ ਆਪੋ ਆਪਣੀ ਮਾਇਆ ਇਕੱਠੀ ਕਰਕੇ ਤੇ ਰਸਤੇ ਵਿੱਚ ਇੱਕ ਥਾਂ 'ਤੇ ਰੱਖ ਦਿੱਤੀ। ਨਿਸ਼ਾਨੀ ਦੱਸ ਦਿੱਤੀ ਵੀ ਇਸ ਪੱਥਰ ਦੇ ਥੱਲੇ ਜਾਂ ਇਸ ਥਾਂ ਦੇ ਉੱਪਰ ਇਹ ਮਾਇਆ ਪਈ ਹੈ, ਆਪਾਂ ਆਉਂਦਿਆਂ ਚੁੱਕ ਲਵਾਂਗੇ। ਮਾਇਆ ਰੱਖ ਕੇ ਚਲੇ ਗਏ। ਮੇਲਾ ਵੇਖਦੇ ਪਏ ਤੇ ਵੇਖਦਿਆਂ ਵੇਖਦਿਆਂ ਇੱਕ ਮਿੱਤਰ ਦੀ ਮੌਤ ਹੋ ਗਈ। ਕਾਰਨ ਉਹਦਾ ਸਮਾਂ ਪੂਰਾ ਹੋ ਗਿਆ, ਕੋਈ ਬਹਾਨਾ ਕੋਈ ਵਿਧ ਬਣ ਗਈ, ਮੌਤ ਹੋ ਗਈ। ਪਰ ਧਿਆਨ ਉਸਦਾ ਰਹਿ ਗਿਆ ਵੀ ਮੈਂ ਉੱਥੇ ਮਾਇਆ ਰੱਖ ਕੇ ਆਇਆ, ਉੱਥੇ ਮੇਰੀ ਮਾਇਆ ਪਈ ਹੈ, ਮੇਰਾ ਧਨ ਪਿਆ। ਜਦੋਂ ਸਰੀਰ ਵਿੱਚੋਂ ਜਾਨ ਨਿਕਲੀ ਹੈ ਤੇ ਧਿਆਨ ਉਸ ਪਾਸੇ ਚਲਾ ਗਿਆ ਜਿੱਥੇ ਮਾਇਆ ਰੱਖੀ ਹੋਈ ਹੈ। ਮਰ ਤੇ ਗਿਆ, ਮੌਤ ਨੂੰ ਤੇ ਪ੍ਰਾਪਤ ਹੋ ਗਿਆ। ਮਿੱਤਰਾਂ ਦੋਸਤਾਂ ਨੇ ਮਿਲ ਕੇ ਇਹਦੇ ਤਨ ਦਾ ਉੱਥੇ ਅੰਤਮ ਸੰਸਕਾਰ ਜੋ ਵੀ ਕਿਰਿਆ ਸੀ ਕੀਤੀ। ਤੇ ਜਦੋਂ ਕੁਝ ਦਿਨਾਂ ਬਾਅਦ ਵਾਪਸ ਆਉਣ ਲੱਗੇ ਜਿੱਥੇ ਮਾਇਆ ਪਈ, ਜਦੋਂ ਚੱਲ ਕੇ ਉੱਥੇ ਗਏ ਵੀ ਚਲੋ ਭਾਈ ਉੱਥੋਂ ਮਾਇਆ ਲੈ ਲਈਏ। ਤੇ ਜਦੋਂ ਮਾਇਆ ਚੁੱਕਣ ਲੱਗੇ, ਪੱਥਰ ਨੂੰ ਪਰੇ ਕੀਤਾ ਤੇ ਨਿੱਕਾ ਜਿਹਾ ਸੱਪ ਬਣ ਕੇ, ਸੱਪ ਦਾ ਬੱਚਾ ਬਣ ਕੇ ਉੱਥੇ ਬੈਠਾ ਹੋਇਆ। ਕਾਰਨ ਇਹ ਹੈ ਵੀ ਧਿਆਨ ਚਲਾ ਗਿਆ ਵੀ ਮੈਂ ਉੱਥੇ ਰੱਖ ਕੇ ਆਇਆ ਆਪਣਾ ਖਜ਼ਾਨਾ, ਤੇ ਉਹ ਖਜ਼ਾਨਾ ਰੱਖਣ ਦੇ ਕਰਕੇ ਧਿਆਨ ਚਲਾ ਗਿਆ ਤੇ ਹੁਣ ਸੱਪ ਦੀ ਜੂਨੀ ਵਿੱਚ ਆ ਕੇ ਉਸ ਮਾਇਆ ਦੇ ਨੋਟਾਂ ਦੇ ਉੱਪਰ ਬੈਠਾ ਹੋਇਆ। ਭਾਵੇਂ ਕਿ ਹਾਲੇ ਛੋਟਾ ਹੀ ਹੈ, ਬੱਚਾ ਹੀ ਹੈ, ਪਰ ਧਿਆਨ ਉੱਧਰ ਚਲਾ ਗਿਆ ਤੇ ਉੱਧਰ ਨੂੰ ਜੂਨੀ ਵਿੱਚ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਅੰਤ ਵੇਲੇ ਮਾਇਆ ਦਾ ਚੇਤਾ ਆਇਆ, ਸਰਪ ਜੋਨ ਵਲ ਵਲ ਉਤਰੈ। ਵਾਰ ਵਾਰ, ਇਹ ਨਹੀਂ ਵੀ ਇੱਕ ਵਾਰੀ, ਵੀ ਇੱਕ ਵਾਰੀ ਸੱਪ ਬਣੇਗਾ ਤੇ ਖਹਿੜਾ ਛੁੱਟ ਜਾਏਗਾ, ਨਹੀਂ, ਵਾਰ ਵਾਰ, ਕਈ ਵਾਰ ਸਰਪ ਦੀ ਜੂਨੀ ਵਿੱਚ, ਸੱਪ ਦੀ ਜੂਨੀ ਵਿੱਚ ਜਾਂਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਕਹਿਣ ਲੱਗੇ ਭਾਈ ਅੰਤ ਵੇਲੇ ਮਾਇਆ ਨੂੰ, ਧਨ ਨੂੰ ਚੇਤੇ ਕੀਤਾ। ਵਲ ਵਲ ਤੋਂ ਭਾਵ ਹੈ ਵਲਾਂ ਵਾਲਾ। ਵਲਾਂ ਵਾਲਾ ਸੱਪ ਵੱਡਾ ਨਾਗ ਬਣਿਆ, ਜਦੋਂ ਚੱਲਦਾ ਕਈ ਵਲ ਇਹਦੇ ਸਰੀਰ ਦੇ ਉੱਪਰ ਪੈਂਦੇ ਨੇ, ਏਡਾ ਵੱਡਾ ਇਹ ਨਾਗ, ਇਹ ਸੱਪ ਬਣਿਆ ਵਲਾਂ ਵਾਲਾ। ਜਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਉੱਡਣਾ ਸੱਪ ਹੁੰਦਾ ਹੈ, ਉਹ ਬੜੇ ਜ਼ੋਰ ਦੇ ਨਾਲ ਧਰਤੀ ਤੋਂ ਉੱਠਦਾ, ਬੰਦੇ ਦੇ ਮੱਥੇ ਵਿੱਚ ਆ ਕੇ ਡੰਗ ਮਾਰਦਾ ਹੈ, ਉਸ ਨੂੰ ਜਲੇਬੀ ਸੱਪ ਕਿਹਾ ਜਾਂਦਾ। ਜਲੇਬੀ ਦੇ ਵਾਂਗ ਉਹ ਆਪਣੇ ਸਰੀਰ ਨੂੰ ਗੋਲ ਗੋਲ ਘੁਮਾ ਕੇ ਤੇ ਨਿੱਕਾ ਜਿਹਾ ਕਰ ਲੈਂਦਾ ਹੈ ਅਤੇ ਫਿਰ ਬੜੇ ਜ਼ੋਰ ਦੇ ਨਾਲ ਧਰਤੀ ਤੋਂ ਉੱਠਦਾ ਹੈ ਤੇ ਮਨੁੱਖ ਦੇ ਜਾ ਕੇ ਮੱਥੇ ਵਿੱਚ ਡੰਗ ਮਾਰ ਦਿੰਦਾ ਹੈ। ਸੋ ਜਲੇਬੀ ਵਾਂਗ ਉਹ ਬਣ ਜਾਂਦਾ, ਇਕੱਠਾ ਹੋ ਜਾਂਦਾ, ਵਲ ਪਾ ਲੈਂਦਾ। ਮਹਾਰਾਜ ਕਹਿਣ ਲੱਗੇ ਭਾਈ ਇਹ ਜੂਨਾ ਨੇ, ਵਲਾਂ ਵਾਲਾ ਸੱਪ ਬਣ ਕੇ ਦੁਨੀਆ ਤੇ ਆਉਂਦਾ ਹੈ। ਅਰੇ ਬਾਈ ਗੋਬਿੰਦ ਨਾਮ ਮਤ ਵਿਸਰੈ। ਭਾਈ ਗੋਬਿੰਦ ਦਾ, ਪਰਮਾਤਮਾ ਦਾ ਨਾਮ ਵਿਸਰਨਾ ਨਹੀਂ ਚਾਹੀਦਾ। ਗੋਬਿੰਦ ਦੇ ਨਾਮ ਨੂੰ ਹਮੇਸ਼ਾ ਯਾਦ ਕਰਿਆ ਕਰ। ਜੇ ਗੋਬਿੰਦ ਦੇ ਨਾਮ ਨੂੰ ਯਾਦ ਕਰੇਗਾ ਤਾਂ ਤੈਨੂੰ ਅੰਤ ਵੇਲੇ ਫਿਰ ਉਹ ਇੰਨੀ ਤਾਕਤ ਦੇਵੇਗਾ ਵੀ ਤੇਰਾ ਸੰਸਾਰ ਵੱਲ ਧਿਆਨ ਜਾਵੇਗਾ ਹੀ ਨਹੀਂ। ਇਸ ਕਰਕੇ ਭਾਈ ਗੋਬਿੰਦ ਦਾ ਨਾਮ ਵਿਸਰਨਾ ਨਹੀਂ ਚਾਹੀਦਾ। ਫਿਰ ਬਖਸ਼ਿਸ਼ ਕਰਦੇ ਹਨ, ਅਰੇ ਬਾਈ ਗੋਬਿੰਦ ਨਾਮ ਮਤ ਵਿਸਰੈ। ਮਤਾਂ ਕਿ ਤੇਰੀ ਮਤੀ ਵਿੱਚੋਂ, ਤੇਰੀ ਬੁੱਧੀ ਵਿੱਚੋਂ ਰੱਬ ਦਾ ਨਾਮ ਕਦੇ ਭੁੱਲ ਨਾ ਜਾਵੇ। ਤੇਰੀ ਸੋਚ ਵਿੱਚ, ਤੇਰੀ ਮਤ ਵਿੱਚ, ਤੇਰੇ ਧਿਆਨ ਵਿੱਚ ਪਰਮਾਤਮਾ ਦਾ ਨਾਮ ਭੁੱਲੇ ਨਾ। ਉਹਦੀ ਯਾਦ ਹਰ ਵੇਲੇ ਤੇਰੀ ਦਿਮਾਗ ਦੇ ਵਿੱਚ, ਤੇਰੀ ਸੋਚ ਵਿੱਚ ਬਣੀ ਰਵੇ। ਕਦੇ ਵੀ ਉਹਦੇ ਨਾਮ ਨੂੰ ਭੁਲਾਉਣਾ ਨਾ ਕਰੋ। ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਸੋ ਭਗਤ ਤਰਲੋਚਨ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਸੋਚ ਤੇ ਕਿਸੇ ਦੀ ਵੀ ਕਿਧਰ ਨੂੰ ਜਾ ਸਕਦੀ ਹੈ। ਹੁਣ ਦੂਜਾ ਬਚਨ ਕਰਦੇ ਨੇ ਇਸਤਰੀ ਦਾ, ਔਰਤ ਦਾ। ਕਹਿਣ ਲੱਗੇ ਵੀ ਕੋਈ ਔਰਤ ਮਰਨ ਲੱਗੀ ਹੈ, ਔਰਤ ਆਪਣਾ ਸਰੀਰ ਛੱਡਣ ਲੱਗੀ ਹੈ, ਨੇੜਾ ਆ ਗਿਆ ਅੰਤ ਸਮਾਂ, ਪਰ ਮਰਦਿਆਂ ਮਰਦਿਆਂ ਆਪਣੇ ਪਤੀ ਨੂੰ ਚੇਤੇ ਕਰ ਲਿਆ, ਜਾਂ ਮਰਨ ਵੇਲੇ ਕਿਸੇ ਹੋਰ ਮਨੁੱਖ ਨੂੰ ਚੇਤੇ ਕਰ ਲਿਆ। ਅੰਤ ਕਾਲ ਜੋ ਇਸਤਰੀ ਸਿਮਰੈ,
ਮਰਨ ਵੇਲੇ ਜਿਹੜੀ ਇਸਤਰੀ ਮਨੁੱਖ ਨੂੰ ਮਰਦ ਨੂੰ ਯਾਦ ਕਰਦੀ ਹੈ ਜਾਂ ਆਪਣੇ ਪਤੀ ਨੂੰ ਯਾਦ ਕਰਦੀ ਹੈ, ਐਸੀ ਚਿੰਤਾ ਮਹਿ ਜੇ ਮਰੈ, ਜੇ ਇਸ ਚਿੰਤਾ ਵਿੱਚ ਮਰ ਜਾਵੇ ਮੇਰਾ ਪਤੀ ਕੋਲ ਨਹੀਂ ਹੈ, ਜੇ ਅੱਜ ਕੋਲ ਹੁੰਦਾ ਮੈਂ ਉਸ ਨੂੰ ਵੇਖ ਲੈਂਦੀ, ਆਪਣੇ ਪਤੀ ਨੂੰ ਯਾਦ ਕਰਦਿਆਂ ਕਰਦਿਆਂ ਮਰੇ, ਜਾਂ ਕਿਸੇ ਹੋਰ ਮਰਦ ਦਾ ਖਿਆਲ ਆ ਜਾਵੇ ਤੇ ਉਹਦੇ ਖਿਆਲ ਦੇ ਵਿੱਚ ਜੇ ਕੋਈ ਮਰ ਜਾਂਦੀ ਹੈ। ਬੇਸਵਾ ਜੋਨ ਵੱਲ ਵੱਲ ਉਤਰੈ। ਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਉਹ ਫਿਰ ਬੇਸਵਾ ਦੀ ਜੂਨੀ ਦੇ ਵਿੱਚ ਵਾਰ-ਵਾਰ ਪੈਂਦੀ ਹੈ, ਕਿਉਂਕਿ ਮਰਨ ਵੇਲੇ ਧਿਆਨ ਆ ਗਿਆ ਵੀ ਅੱਜ ਮੇਰਾ ਪਤੀ ਮੇਰੇ ਕੋਲ ਨਹੀਂ ਹੈ, ਜਾਂ ਕਿਸੇ ਹੋਰ ਮਰਦ ਦਾ ਖਿਆਲ ਆ ਗਿਆ, ਵਿਕਾਰਾਂ ਦੀ ਭਾਵਨਾ ਆ ਗਈ ਵੀ ਇਹ ਕਰਮ ਰਹਿ ਗਿਆ ਕਰਨ ਵਾਸਤੇ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਬੇਸਵਾ ਦੀ ਜੂਨੀ ਜਿਹੜੀ ਹੈ ਉਹਦੇ ਵਿੱਚ ਵੱਲ ਉਤਰ ਹੈ। ਵੱਲ ਤੋਂ ਭਾਵ ਵਾਰ-ਵਾਰ ਉਸ ਨੂੰ ਵੇਸਵਾ ਦਾ ਜਨਮ ਪ੍ਰਾਪਤ ਹੁੰਦਾ। ਵੇਸਵਾਵਾਂ ਦੇ ਘਰ ਦੇ ਵਿੱਚ ਜਾ ਕੇ ਕੁਕਰਮ ਕਰਨ ਵਾਸਤੇ ਸੰਸਾਰ ਵਿੱਚ ਆਉਂਦੀਆਂ। ਜਿਵੇਂ ਕਿਸੇ ਵੇਸਵਾ ਨੇ ਲੜਕੀ ਨੂੰ ਜਨਮ ਦਿੱਤਾ ਤੇ ਉਹ ਵੀ ਉੱਥੇ ਵੇਸਵਾ ਦੇ ਘਰ ਦੇ ਵਿੱਚ ਹੀ ਉਸਨੇ ਪਲਣਾ ਹੈ, ਉਸੇ ਕਰਮ ਦੇ ਵਿੱਚ ਉਸਨੇ ਲੱਗਣਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਇਸ ਤਰ੍ਹਾਂ ਉਹ ਫਿਰ ਵੇਸਵਾ ਜਿਹੜੀਆਂ ਨੇ ਪੀੜ੍ਹੀ ਦਰ ਪੀੜ੍ਹੀ ਵੇਸਵਾ ਦੇ ਘਰ ਵਿੱਚ ਜਨਮ ਲੈ ਕੇ ਆਉਂਦੀਆਂ, ਉਸੇ ਘਰ ਦੇ ਵਿੱਚ ਕੁਕਰਮ ਕਰਦੀਆਂ ਹੋਈਆਂ ਮਰ ਜਾਂਦੀਆਂ, ਫਿਰ ਜਨਮ ਲੈ ਕੇ ਆਉਂਦੀਆਂ। ਸੋ ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੁੰਦੀ ਹੈ। ਭਾਵ ਇਸ ਤਰ੍ਹਾਂ ਦੀ ਹੈ ਵੀ ਜਿਸ ਤਰ੍ਹਾਂ ਦੀ ਮਨਸ਼ਾ ਰਹਿ ਗਈ, ਜਿਸ ਤਰ੍ਹਾਂ ਦਾ ਖਿਆਲ ਰਹਿ ਗਿਆ ਮਨ ਦੇ ਵਿੱਚ, ਉਹ ਖਿਆਲ ਪੂਰਾ ਹੋਣ ਵਾਸਤੇ ਇਹ ਜੀਵ ਫਿਰ ਵਾਰ-ਵਾਰ ਉਹਨਾਂ ਜਨਮਾਂ ਦੇ ਵਿੱਚ ਆਉਂਦਾ ਹੈ। ਅੰਤ ਕਾਲ ਜੋ ਲੜਕਾ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਅੰਤ ਵੇਲੇ ਜਦੋਂ ਮਰਨ ਲੱਗਾ ਤੇ ਆਪਣੇ ਪੁੱਤਰਾਂ ਦਾ ਚੇਤਾ ਆ ਗਿਆ। ਮੇਰੇ 4 ਪੁੱਤਰ ਨੇ, ਮੇਰੇ 5 ਪੁੱਤਰ ਨੇ, ਮੇਰੇ 2 ਪੁੱਤਰ ਨੇ। ਮੈਂ ਬੜੀ ਮੁਸ਼ੱਕਤ ਦੇ ਨਾਲ ਮੰਗ ਕੇ ਇਹਨਾਂ ਨੂੰ ਰੱਬ ਦੇ ਕੋਲੋਂ ਲਿਆ ਹੈ। ਫਿਰ ਮੈਂ ਹੱਥੀਂ ਚੂਰੀਆਂ ਖਿਲਾ ਕੇ ਇਹਨਾਂ ਨੂੰ ਪਾਲਿਆ ਹੈ। ਫਿਰ ਇਹਨਾਂ ਨੂੰ ਕਾਰੋਬਾਰਾਂ 'ਤੇ ਮੈਂ ਸੈੱਟ ਕੀਤਾ ਹੈ। ਅੱਜ ਮੈਂ ਮਰ ਚੱਲਿਆ ਤੇ ਮੇਰੇ ਪੁੱਤਰ ਜਿਹੜੇ ਨੇ ਉਹ ਮੇਰੇ ਤੋਂ ਮਗਰੋਂ ਇਕੱਲੇ ਰਹਿ ਜਾਣਗੇ, ਜਾਂ ਮੈਂ ਆਪਣੇ ਪੁੱਤਰਾਂ ਨੂੰ ਛੱਡ ਕੇ ਚੱਲਿਆ ਹਾਂ। ਪਰਿਵਾਰ ਦੇ ਮੈਂਬਰਾਂ ਵਿੱਚ ਧਿਆਨ ਚਲਾ ਗਿਆ। ਮਹਾਰਾਜ ਕਹਿਣ ਲੱਗੇ ਭਾਈ ਅੰਤ ਕਾਲ ਜੋ ਲੜਕੇ ਸਿਮਰੇ, ਅੰਤ ਵੇਲੇ ਜਿਹੜਾ ਪੁੱਤਰਾਂ ਨੂੰ ਯਾਦ ਕਰਦਾ, ਲੜਕਿਆਂ ਨੂੰ ਯਾਦ ਕਰਦਾ, ਆਪਣੇ ਪਰਿਵਾਰ ਨੂੰ ਯਾਦ ਕਰਦਾ ਹੈ। ਤੇ ਪਾਤਸ਼ਾਹ ਜੀ ਕਹਿਣ ਲੱਗੇ ਐਸੀ ਚਿੰਤਾ ਮਹਿ ਜੇ ਮਰੈ, ਜੇ ਇਸ ਚਿੰਤਾ ਵਿੱਚ ਮਰ ਗਿਆ, ਅੰਤ ਵੇਲੇ ਇੱਧਰ ਨੂੰ ਖਿਆਲ ਚਲਾ ਗਿਆ ਤੇ ਫਿਰ ਬਖਸ਼ਿਸ਼ ਕਰਦੇ ਹਨ। ਸ਼ੂਕਰ ਜੋਨ ਵੱਲ ਉਤਰੈ। ਪਾਤਸ਼ਾਹ ਕਹਿਣ ਲੱਗੇ ਸ਼ੂਕਰ ਤੋਂ ਭਾਵ ਹੈ ਸੂਰੀ ਦੇ ਜਨਮ ਦੇ ਵਿੱਚ ਆਵੇਗਾ, ਕਿਉਂਕਿ ਸੂਰੀ ਜਿਹੜੀ ਹੈ ਇੱਕ ਜਨੇਪੇ ਵਿੱਚ 12 14 ਬੱਚਿਆਂ ਨੂੰ ਜਨਮ ਦਿੰਦੀ ਹੈ, ਬੱਚੇ ਪੈਦਾ ਕਰਦੀ ਹੈ ਅਤੇ 6 ਮਹੀਨਿਆਂ ਬਾਅਦ ਫਿਰ ਉਹਨੇ ਬੱਚੇ ਪੈਦਾ ਕਰ ਦਿੰਦੀ ਹੈ। ਬਹੁਤੇ ਬੱਚੇ ਜਿਹੜੇ ਨੇ ਸੂਰੀ ਦੇ ਹੁੰਦੇ। ਤੇ ਮਹਾਰਾਜ ਕਹਿਣ ਲੱਗੇ ਭਾਈ ਬੱਚਿਆਂ ਦੇ ਵੱਲ ਧਿਆਨ ਗਿਆ ਸੀ, ਰੱਬ ਨੇ ਜਨਮ ਹੀ ਉਹ ਦਿੱਤਾ ਵੀ ਚੱਲ ਫਿਰ ਬੱਚੇ ਪੈਦਾ ਕਰੀ ਚੱਲ, ਇਹਨਾਂ ਨੂੰ ਪਾਲੀ ਚੱਲ, ਹੋਰ ਪੈਦਾ ਕਰੀ ਚੱਲ। ਅੰਤ ਕਾਲ ਜੋ ਲੜਕੇ ਸਿਮਰੇ, ਅੰਤ ਵੇਲੇ ਮਰਨ ਵੇਲੇ ਲੜਕਿਆਂ ਨੂੰ ਚੇਤੇ ਕੀਤਾ। ਐਸੀ ਚਿੰਤਾ ਮਹਿ ਜੇ ਮਰੈ, ਜੇ ਐਸੀ ਚਿੰਤਾ ਵਿੱਚ ਮਰ ਗਿਆ ਤੇ ਪਾਤਸ਼ਾਹ ਕਹਿਣ ਲੱਗੇ ਸ਼ੂਕਰ ਜੋਨ ਵੱਲ ਔਤਰੈ। ਸ਼ੂਕਰ ਸੂਰ ਦੀ ਜੂਨੀ ਵਿੱਚ ਆਉਣਾ ਪਵੇਗਾ, ਨਾਲੀਆਂ ਦੇ ਵਿੱਚ ਮੂੰਹ ਮਾਰਨਾ ਪਵੇਗਾ, ਗੰਦ ਖਾਣਾ ਪਵੇਗਾ ਤੇ ਕਈ ਬੱਚਿਆਂ ਨੂੰ ਅੱਗੇ ਜਨਮ ਦੇਣਾ ਪਵੇਗਾ। ਸੋ ਜਿਸ ਤਰ੍ਹਾਂ ਦੀ ਵਾਸ਼ਨਾ ਰਹਿ ਗਈ, ਜਿਸ ਤਰ੍ਹਾਂ ਦਾ ਖਿਆਲ ਰਹਿ ਗਿਆ, ਜਿਸ ਤਰ੍ਹਾਂ ਦਾ ਧਿਆਨ ਰਹਿ ਗਿਆ, ਉਹ ਜਨਮ ਦੇ ਵਿੱਚ ਆਉਂਦਾ। ਭਾਵੇਂ ਕਿ ਉਹ ਭਜਨੀਕ ਹੋਵੇ, ਭਾਵੇਂ ਕਿ ਉਹ ਥੋੜ੍ਹਾ ਬਹੁਤਾ ਜਾਪ ਕਰਨ ਵਾਲਾ, ਬੰਦਗੀ ਕਰਨ ਵਾਲਾ ਹੋਵੇ, ਤੇ ਭਾਵੇਂ ਪਾਪੀ ਹੋਵੇ, ਜਿਹੋ ਜਿਹੀ ਵਾਸ਼ਨਾ ਹੈ ਉਹੋ ਜਿਹਾ ਜਨਮਾਂ ਵਿੱਚ ਆਉਂਦਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਦੱਖਣ ਦੇ ਵਿੱਚ ਪਹੁੰਚੇ, ਨੰਦੇੜ ਦੀ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ, ਸਤਿਗੁਰੂ ਪਾਤਸ਼ਾਹ ਜੀ ਮਾਧੋ ਦਾਸ ਬੈਰਾਗੀ ਦੇ ਡੇਰੇ ਵਿੱਚ ਪਹੁੰਚੇ। ਤੇ ਜਦੋਂ ਮਾਧੋ ਦਾਸ ਨੇ ਕਈ ਤਰ੍ਹਾਂ ਦੀਆਂ ਸ਼ਕਤੀਆਂ ਦਾ ਪ੍ਰਯੋਗ ਕੀਤਾ, 10ਵੇਂ ਪਾਤਸ਼ਾਹ ਦੇ ਉੱਪਰ ਕਾਮਯਾਬ ਨਾ ਹੋਇਆ, ਫਿਰ ਸਤਿਗੁਰਾਂ ਦੇ ਚਰਨ ਆ ਕੇ ਫੜ ਲਏ। ਮਹਾਰਾਜ ਕਹਿਣ ਲੱਗੇ ਕੌਣ ਹੈ? ਕਹਿਣ ਲੱਗਾ ਜੀ ਤੁਹਾਡਾ ਬੰਦਾ ਹਾਂ, ਭਾਵ ਕਿ ਤੁਹਾਡਾ ਗੁਲਾਮ ਹਾਂ। ਮੈਂ ਮਹਾਰਾਜ ਤੁਹਾਡਾ ਗੁਲਾਮ ਹਾਂ, ਮੈਂ ਕੌਣ ਹਾਂ? ਸ਼ਕਤੀਆਂ ਉਸਨੇ ਪ੍ਰਯੋਗ ਕਰਕੇ ਵੇਖੀਆਂ, ਕਾਮਯਾਬੀ ਨਹੀਂ ਮਿਲੀ ਤੇ ਵੇਖਿਆ ਵੀ ਇਹ ਮੇਰੇ ਤੋਂ ਵੱਡੇ ਨੇ, ਤਾਕਤ ਵਾਲੇ ਨੇ। ਕਹਿਣ ਲੱਗਾ ਜੀ ਤੁਹਾਡਾ ਬੰਦਾ ਹਾਂ, ਤੁਹਾਡਾ ਗੁਲਾਮ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਬੈਠ ਗਿਆ, ਕਈ ਤਰ੍ਹਾਂ ਦੇ ਬਚਨ ਵਿਲਾਸ ਹੋਏ ਤੇ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਮਾਧੋ ਦਾਸ ਤੇਰਾ ਗੁਰੂ ਕਿੱਥੇ ਹੈ? ਕਹਿੰਦਾ ਜੀ ਉਹ ਤੇ ਮੁਕਤ ਹੋ ਗਿਆ, ਸਰੀਰ ਛੱਡ ਗਿਆ, ਉਹਨੂੰ ਤੇ ਮੁਕਤੀ ਮਿਲ ਗਈ, ਉਹ ਤੇ ਸਵਰਗਾਂ ਨੂੰ ਚਲੇ ਗਿਆ।
महाराज कहन लगे नहीं, वो स्वर्गा नूं नहीं गया, तेरे कोल ही है। सुन के बड़ा हैरान होया, कहन लगा महाराज कित्थे है? कहन लगे अमरूद दे विच कीड़ा बन के बैठा होया। महाराज ये किवें हो सकदा है? उहदे कोल ते बड़ियां रिधियां सिद्धियां सन, उहने ते बड़े मंत्रां दा जाप कीता, कीड़ा किवें बन गया? ते सतगुरु पातशाह महाराज कहन लगे भाई इस अमरूद के फल नूं जदों तोड़ेगा तो इसनूं पाड़ेगा ना, इहदे विच कीड़ा बन के बैठा होया। जदों उस अमरूद नूं तोड़ के उहनूं चीरिया पाड़िया, उहदे विच वेखिया कीड़ा बन के अमरूद नूं खांदा पिया, निक्का जिहा है। ते कहन लगा महाराज किवें होया? सतगुरु कहिंदे इसे नूं ही पुछ, तैनूं दस देवेगा। ते पुछिया, कहन लगा जी तुहानूं कीड़े दा जन्म किवें मिल गया? तो उस कीड़े की आत्मा ने दसिया, कहन लगे माधो दास जदों मैं मरन लगा मंजे ते पिया होया तो मेरे उपर अमरूद का रुख है, तो अमरूद बड़े सोहने लगे सन, तो एक पक्का होया अमरूद मेरी निगाह पै गया। मेरे मन में विचार आई भी जे अज दंद कायम हुंदे, अज शरीर कायम हुंदा तो आ जिहड़ा अमरूद है ना मैं कट के खाना सी, पर वो अमरूद तो मैं खा नहीं सकिया, तो मेरी इन्ने चिर नूं जान निकल गई, समा बन गया। पर वो ध्यान अमरूद विच रहन करके रब ने मैनू कीड़ा बना के उसे अमरूद विच छड्डिया है, तो मैं वो अपना फुरना पूरा करन वास्ते दी प्यास जिहड़ी है वो प्रेत नूं हर रोज़ रहिंदी है। सवा मन खून पीएगा तो प्यास बुझेगी।
पर मूँह किन्ना कू है सूई दे नक्के जिन्ना, ना वो रजदा है ते ना उहदी प्यास दूर हुंदी है, सारी उम्र तड़फदियां लंघ जाती है। कहन लगा महाराज बड़ी माड़ी जून विच पै गया, बड़ा दुखी हाँ, मेरे ते कृपा करो। तो महाराज कहन लगे जून मिली किवें है? कहन लगा महाराज ये जून इस तरह मिली सी कि असी दोनों भरावां ने मेहनत करके मशक्कत करके ये घर बनाया, हवेली बनाई है। जदों हवेली बन गई मेरा मन बेईमान हो गया भी हवेली तो बन गई है, जे हुण भरा नूं नाल रखांगा तो अद्धा हिस्सा भरा नूं देना पैना, क्यों ना होवे मैं कल्ला ही इस हवेली ते कब्जा कर लवां, भरा नूं घरों बाहर कढ़ देवां। ये विचार करके कहन लगे भी उस वेले इसने अपने भरा नूं आख्या मेरी हवेली विचों मेरे घर दे विचों बाहर चले जा। ते भरा कहन लगा भी हवेली ते मेरी भी नाल ही है, जिन्ने पैसे तू लाए उन्ने ही मैं लाए, मैं किवें बाहर चले जावां। झगड़ा इन्ना वध गया भी गल रिश्तेदारां तक पहुँच गई, पंचायत तक पहुँच गई, सारे इकट्ठे हो गए। हुण छोटा भरा ये गल कहंदा भी हवेली मेरी भी बराबर दा हिस्सा है, वड्डा कहंदा भी नहीं मेरा कल्ले दा ही हिस्सा। जदों गल किसी बंदे ना निबड़दी वेखी तो वड्डे भरा ने आख्या, कहन लगा पंचायत बैठी है, पंचायत रब दा रूप है, मैं पंचायत दी सौं खा के गल कहना भी हवेली मेरी ते पैसे मैं ही लाए, इन्हें कोई पैसा नहीं लाया, तो ये जान बुझ के मेरी हवेली विच वड़ना चाहुंदा है। जदों हुण सौं खा लवे बंदा वो भी पंचायत दे विच बैठ के, तो पंचायत ने इस नूं सच्चा जान के आख्या भी हवेली तेरी है, तू इत्थे रवेंगा। छोटे भरा नूं घरों बाहर कढ़ दिता, हवेली मल लई, सौं खा लई। पर किन्ना कु समा हवेली विच रहना, अस्कर ते दुनिया छड्डनी है, मरना तो है, दुनिया तो जाना तो है। तो जदों मौत का समा नेड़े आया तो मन में ख्याल आ गया भी इस हवेली वास्ते बड़ियां सौहां खाधियां सन झूठियां पंचायत में जाके, अज हवेली छड्डनी पै रही है, तो मरन लग्या हवेली का ध्यान रह गया, घर का ध्यान रह गया। कहन लगा महाराज मैं बड़े लंबे समय तो इस हवेली विच प्रेत बन के बैठा होया, रब ने मैनू जन्म ही प्रेत का दे दिता भी जिस हवेली का मोह करके सौं खाधी है, मैनू जावन बनाया, चल उत्थे प्रेत बन के बैठ। तो मैं प्रेत बन के इस हवेली विच आया, अपने पुत्रां नूं पोतरियां नूं दुख दिता, तो वो हवेली छड्ड के भज गया, तो मैं कल्ला ही इस हवेली विच बैठा होया, हवेली खंडर बन चुकी है। जदों ये गलबात दसी तो सतगुरु महाराज कहन लगे भाई गुरसिखो वेखो ये संसार की हालत है कि लोग मोह दे विच पै के, ममता दे विच पै के, लालच विच पै के झूठी सौं ते खा लेंदे, पर उस सौं नूं जदों भुगतना पैंदा इस तरह जन्मां विच आउणा पैंदा। उस वेले महाराज जियां नूं ये बेनती करके फिर सतगुरां दे वास्ते गन्ने लैके आया चूपण वास्ते भी महाराज मेरी हवेली विच बैठे ने, मैं कुछ ना कुछ लिया के देवां। तो जदों गन्ने लिया के भेंट कीते महाराज जियां नूं, सतगुरु जी उन्हां गन्निआं नूं चूपदे ने, रस लैंदे ने, ते छिलके महाराज जी पिछे नूं सुट्टी जांदे, उन्हां छिलकिआं नूं मूँह दे विच पाउंदा है। सतगुरां दा शीतल प्रशाद छक के ते मुक्त हो गया, जन्म दे विचों प्रेत दी जूनी विचों निकल गया। गुरु तेग बहादुर महाराज जी ने कृपा कर दी। सतगुरु पातशाह कह रहे ने, कहन लगे अंत काल जो मंदिर सिमरै, मरण वेले मंदिर दा घर दा चेते आ गया, ऐसी चिंता मह जे मरै, जे इस तरह की चिंता विच मनुख मर जाता है। प्रेत जोन वल वल उतरै, प्रेत की जूनी विच फिर वार वार आउंदा है, एक बारी नहीं कई बारी प्रेत बन बन के प्रेत की जूनी की जिहड़ी उमरा है बड़ी लंबी मन्नी जाती है। पर कहन लगे वो उमरा एक बारी नहीं कई बारी प्रेत बन के उस संसार दे विच आउणा पैंदा है, क्योंकि वासना है, जिस तरह की वासना रह गई उस तरह के जन्मां दे विच आउंदा है। इसे तरह साहिब गुरु नानक देव महाराज जी दीन दुनिया नूं उतारदे होए एक नगर विच पहुँचे, तो उस वेले दुनी चंद नाम का इत्थे एक व्यक्ति रहिंदा, बड़ा धनाड़ बड़ा अमीर है। इन्हें अपने घर दे विच श्राद्ध कीता होया है, कई तरह के खीर पूड़े बना के लोगों नूं खवाउंदा पिया। सतगुरु पातशाह पहुँच गए, कहन लगा महाराज जीओ भी मेरे घर श्राद्ध कीता होया, आप जी भोजन छको। तो महाराज कहंदे श्राद्ध किहदे वास्ते कीता? कहन लगा जी मेरा पिता पूरा हो गया, तो मैं ये श्राद्ध तां कीता भी ये फल उसनूं स्वर्गां विच प्राप्त होवे। तो सतगुरु पातशाह कहन लगे तैनूं की पता भी तेरा पिता स्वर्गां में चले गया? कहन लगा जी वो रब दा नां लैण वाला बंदा सीगा, ते मैं इत्थों हिसाब लाया भी वो स्वर्गां विच बैठा होवेगा, रब दी बंदगी वाला सी। महाराज कहन लगे नहीं,
ਉਹ ਸਵਰਗਾਂ ਵਿੱਚ ਨਹੀਂ ਗਿਆ, ਉਹ ਬਘਿਆੜ ਬਣ ਕੇ ਬੈਠਾ ਹੋਇਆ। ਸਤਿਗੁਰਾਂ ਨੇ ਉਹ ਨਿਸ਼ਾਨੀ ਦੱਸ ਦਿੱਤੀ ਵੀ ਇੱਧਰ ਨੂੰ ਜਾ, ਝਾੜੀ ਵਿੱਚ ਉਹ ਬੈਠਾ ਹੋਵੇਗਾ, ਅਤੇ ਜਦੋਂ ਤੂੰ ਜਾਵੇਂਗਾ ਤੇ ਉਸ ਨੂੰ ਜਾ ਕੇ ਇਹ ਜਿਹੜਾ ਤੂੰ ਭੋਜਨ ਛਕਾਉਂਦਾ ਪਿਆ ਉਹਨੂੰ ਜਾ ਕੇ ਦੇ। ਕਹਿਣ ਲੱਗਾ ਮਹਾਰਾਜ ਬਘਿਆੜ ਦਾ ਕੰਮ ਤੇ ਹਮਲਾ ਕਰ ਦੇਣਾ, ਮੇਰੇ ਤੇ ਹਮਲਾ ਨਾ ਕਰ ਦੇਵੇ। ਸਤਿਗੁਰੂ ਕਹਿਣ ਲੱਗੇ ਨਹੀਂ, ਤੇਰੇ ਤੇ ਹਮਲਾ ਨਹੀਂ ਕਰੇਗਾ, ਪਰ ਤੂੰ ਉਸ ਨੂੰ ਪੁੱਛ ਲਈ ਵੀ ਇਹ ਤੈਨੂੰ ਜੂਨੀ ਮਿਲੀ ਕਿਉਂ ਹੈ। ਕਹਿਣ ਲੱਗਾ ਠੀਕ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਚੱਲ ਪਿਆ, ਕੁਝ ਪਦਾਰਥ ਹੱਥ ਵਿੱਚ ਲੈ ਕੇ ਜਿੱਧਰ ਨੂੰ ਨਿਸ਼ਾਨੀ ਦੱਸੀ ਸੀ ਉੱਧਰ ਨੂੰ ਤੁਰਿਆ ਗਿਆ। ਕਹਿਣ ਲੱਗੇ ਬਘਿਆੜ ਬਣ ਕੇ ਬੈਠਾ ਹੋਇਆ। ਇਹ ਹੁਣ ਉਹਦਾ ਲੜਕਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗਿਆ। ਸਤਿਗੁਰਾਂ ਦੇ ਦਰਸ਼ਨਾਂ ਦੀ ਮਹਿਮਾ ਬੜੀ ਵੱਡੀ ਹੈ, ਅਪਰੰਪਾਰ ਹੈ। ਗੁਰੂ ਦੇ ਇਹਨੇ ਦਰਸ਼ਨ ਕੀਤੇ, ਇਹਦੇ ਦਰਸ਼ਨ ਇਹਦੇ ਪਿਤਾ ਨੇ ਕੀਤੇ ਬਘਿਆੜ ਜੂਨੀ ਦੇ ਵਿੱਚੋਂ, ਤੇ ਮੁਕਤ ਹੋ ਗਿਆ। ਤੇ ਉਸ ਵੇਲੇ ਪੁੱਛਿਆ, ਕਹਿਣ ਲੱਗਾ ਜੀ ਤੁਸੀਂ ਤੇ ਬੜੇ ਭਜਨੀਕ ਸੀ, ਰੱਬ ਦਾ ਨਾਮ ਲੈਣ ਵਾਲੇ, ਤੁਹਾਨੂੰ ਬਘਿਆੜ ਦੀ ਜੂਨੀ ਕਿਵੇਂ ਮਿਲੀ ਹੈ। ਤੇ ਫਿਰ ਉਸਨੇ ਦੱਸਿਆ, ਕਹਿਣ ਲੱਗਾ ਜਦੋਂ ਮੇਰਾ ਅੰਤ ਸਮਾਂ ਸੀ ਨਾ ਨੇੜੇ, ਮੈਂ ਮਰਨ ਲੱਗਾ, ਤੇ ਗੁਆਂਢੀਆਂ ਦੇ ਘਰ ਦੇ ਵਿੱਚ ਪਤੀਲੇ ਦੇ ਵਿੱਚ ਮਾਸ ਰਿੱਝਦਾ ਪਿਆ, ਤੇ ਉਹ ਮਾਸ ਰਿੱਝਣ ਦੀ ਮੈਨੂੰ ਖੁਸ਼ਬੂ ਆਈ, ਮੈਨੂੰ ਵਾਸ਼ਨਾ ਆਈ, ਤੇ ਮੇਰਾ ਮਨ ਕੀਤਾ ਵੀ ਮਾਸ ਪੱਕਦਾ ਪਿਆ ਤੇ ਜੇ ਕਿਤੇ ਮੈਂ ਖਾ ਲਵਾਂ ਤੇ ਬੜਾ ਹੀ ਨਜ਼ਾਰਾ ਆਵੇ, ਕਿਤੇ ਤਰੀ ਪੀ ਲਵਾਂ, ਤਰੀ ਨੂੰ ਪੀ ਲਵਾਂ ਤੇ ਬੜਾ ਆਨੰਦ ਬਣੇ। ਹੁਣ ਮਨ ਵਿੱਚ ਵਾਸ਼ਨਾ ਹੈ ਵੀ ਮੈਂ ਇਹ ਤਰੀ ਜਾਂ ਇਸ ਮਾਸ ਨੂੰ ਖਾ ਲਵਾਂ, ਪਰ ਸਮਾਂ ਅੰਤ ਆ ਗਿਆ, ਮੌਤ ਆ ਗਈ, ਧਿਆਨ ਉਧਰ ਨੂੰ ਚਲਾ ਗਿਆ। ਕਹਿਣ ਲੱਗਾ ਰੱਬ ਨੇ ਬਘਿਆੜ ਬਣਾ ਕੇ ਭੇਜਿਆ ਵੀ ਮਾਸ ਖਾਣ ਦੀ ਇੱਛਾ ਰੱਖੀ ਸੀ, ਤੇ ਚੱਲ ਫਿਰ ਇਸ ਜਨਮ ਦੇ ਵਿੱਚ ਮਾਸ ਖਾ, ਜਾ ਕੇ ਆਪਣੀ ਇੱਛਾ ਪੂਰੀ ਕਰ, ਰੱਜ ਲੈ ਵੀ ਮਾਸ ਖਾਣਾ ਸੀ, ਤਾਂ ਮੈਂ ਇਹ ਇਸ ਜੂਨੀ ਵਿੱਚ ਆਇਆ ਹਾਂ, ਬਘਿਆੜ ਬਣਿਆ ਹਾਂ। ਪਰ ਪੁੱਤਰ ਤੇਰੇ ਵੱਡੇ ਭਾਗ ਨੇ ਜੋ ਤੇਰੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ, ਉਹ ਬੜੇ ਵੱਡੇ ਹਨ, ਖੁਦ ਆਪ ਪਰਮੇਸ਼ਰ ਨੇ, ਤੂੰ ਉਹਨਾਂ ਦੇ ਦਰਸ਼ਨ ਕੀਤੇ ਨੇ, ਮੈਂ ਤੇਰੇ ਦਰਸ਼ਨ ਕੀਤੇ ਨੇ, ਉਹਨਾਂ ਦੀ ਮਿਹਰ ਹੋਈ ਹੈ, ਤੇ ਮੈਂ ਬਘਿਆੜ ਜੂਨੀ ਵਿੱਚੋਂ ਛੁੱਟ ਚੱਲਿਆ, ਤੇ ਮੈਨੂੰ ਹੁਣ ਪ੍ਰਾਪਤੀ ਹੋ ਗਈ ਹੈ, ਮੇਰਾ ਜਨਮ ਸਫਲਾ ਹੋ ਗਿਆ, ਪਰ ਮੈਨੂੰ ਜਨਮ ਮਿਲਿਆ ਸੀ ਮੇਰੀ ਵਾਸ਼ਨਾ ਕਰਕੇ। ਮਹਾਰਾਜ ਕਹਿਣ ਲੱਗੇ ਭਾਈ ਜਿਸ ਤਰ੍ਹਾਂ ਦੀ ਕੋਈ ਵਾਸ਼ਨਾ ਰੱਖਦਾ ਹੈ ਨਾ, ਮਰਨ ਵੇਲੇ ਧਿਆਨ ਜਿੱਧਰ ਨੂੰ ਚਲੇ ਜਾਂਦਾ ਹੈ, ਉਹਨਾਂ ਜਨਮਾਂ ਵਿੱਚ ਫਿਰ ਉਹ ਜਾਂਦਾ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜੇ ਅੰਤ ਵੇਲੇ ਨਾਰਾਇਣ ਚੇਤੇ ਆ ਜਾਵੇ, ਨਾਰਾਇਣ ਉਸ ਨੂੰ ਕਿਹਾ ਜਾਂਦਾ ਨਰ ਆਇਨ, ਨਰ ਨਾਮ ਮਨੁੱਖ ਦਾ, ਆਇਨ ਨਾਮ ਆਇਆ ਹੋਇਆ, ਜਿਹੜਾ ਹਰੇਕ ਮਨੁੱਖ ਵਿੱਚ ਆਇਆ ਹੋਇਆ ਹੈ, ਜਿਹੜਾ ਹਰੇਕ ਜੀਵ ਜੰਤੂ ਵਿੱਚ ਆਇਆ ਹੋਇਆ, ਉਸ ਨੂੰ ਕਿਹਾ ਜਾਂਦਾ ਨਾਰਾਇਣ। ਸਿੱਧਾ ਆਪਾਂ ਕਹਿ ਦਈਏ ਰੱਬ, ਜਾਂ ਆਪਾਂ ਕਹਿ ਦਈਏ ਪਰਮੇਸ਼ਰ, ਜਾਂ ਕਹਿ ਦਈਏ ਅਕਾਲ ਪੁਰਖ। ਮਹਾਰਾਜ ਕਹਿਣ ਲੱਗੇ ਅੰਤ ਕਾਲ ਨਾਰਾਇਣ ਸਿਮਰੈ। ਇਹ ਨਹੀਂ ਵੀ ਸਾਰੀ ਦੁਨੀਆ ਦੇ ਲੋਕ ਕੇਵਲ ਪਦਾਰਥਾਂ ਨੂੰ ਚੇਤੇ ਕਰਦੇ, ਕੋਈ ਮਾਸ ਨੂੰ ਚੇਤੇ ਕਰਦਾ, ਕੋਈ ਹਵੇਲੀ ਨੂੰ ਚੇਤੇ ਕਰਦਾ, ਕੋਈ ਪੁੱਤਰਾਂ ਨੂੰ ਚੇਤੇ ਕਰਦਾ, ਕੋਈ ਪਤੀ ਨੂੰ ਚੇਤੇ ਕਰਦਾ। ਸਾਰੇ ਇਸ ਤਰ੍ਹਾਂ ਦੇ ਨਹੀਂ, ਕੁਝ ਇਹੋ ਜਿਹੇ ਵੀ ਨੇ ਜਿਹੜੇ ਮਰਨ ਵੇਲੇ ਰੱਬ ਨੂੰ ਚੇਤੇ ਕਰਦੇ ਨੇ, ਆਖਦੇ ਨੇ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਸਰੀਰ ਛੱਡ ਦਿੰਦੇ। ਕੁਝ ਐਸੇ ਨੇ ਦੁਨੀਆ ਵਿੱਚ ਜਿਨ੍ਹਾਂ ਦਾ ਧਿਆਨ ਰਾਮ ਵੱਲ ਚਲੇ ਜਾਂਦਾ, ਕਹਿੰਦੇ ਰਾਮ 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 ਕਹਿ ਕੇ ਸਰੀਰ ਛੱਡ ਦਿੰਦੇ। ਤੇ ਪਾਤਸ਼ਾਹ ਕਹਿਣ ਲੱਗੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਰੱਬ ਦੇ ਨਾਮ ਦਾ ਜਾਪ ਕਰਦਿਆਂ ਕਰਦਿਆਂ ਜੇ ਜਾਨ ਨਿਕਲ ਗਈ, ਜੇ ਸਵਾਸ ਨਿਕਲ ਗਏ, ਜੇ ਮੌਤ ਆ ਗਈ, ਤੇ ਫਿਰ ਫਰਮਾਉਂਦੇ ਹਨ ਬਦਤ ਲੋਚਨ ਤੇਰਾ ਤੇ ਨਰ ਮੁਕਤਾ, ਪਿਤੰਬਰ ਵਾਕੇ ਹਿਰਦੈ ਬਸੈ। ਤਰਲੋਚਨ ਜੀ ਇੱਥੇ ਸ਼ਬਦ ਸੰਪੂਰਨ ਕਰਦੇ ਪਏ, ਤੇ ਆਪਣੇ ਨਾਮ ਦੀ ਮੋਹਰ ਛਾਪ ਉਹਨਾਂ ਨੇ ਇੱਥੇ ਲਾਈ ਹੈ, ਬਦਤ ਤਰਲੋਚਨ। ਤਰਲੋਚਨ ਭਗਤ ਜੀ ਬਦਤ ਕਹੀਏ ਉਚਾਰਦੇ ਨੇ, ਸ਼ਬਦ ਬਖਸ਼ਿਸ਼ ਕਰਦੇ ਨੇ, ਤੇ ਨਰ ਮੁਕਤਾ, ਉਹ ਬੰਦਾ ਮੁਕਤ ਹੋ ਜਾਏਗਾ ਜੀ ਜਿਹੜਾ ਅੰਤ ਵੇਲੇ ਰੱਬ ਨੂੰ ਚੇਤੇ ਕਰੇਗਾ। ਤੇ ਨਰ ਉਹ ਮਨੁੱਖ ਮੁਕਤ ਹੋਵੇਗਾ ਕਿਹੜਾ ਅੰਤ ਕਾਲ ਨਾਰਾਇਣ ਸਿਮਰੈ, ਜਿਹਨੇ ਅੰਤ ਵੇਲੇ ਰੱਬ ਦੇ ਨਾਮ ਨੂੰ ਚੇਤੇ ਕੀਤਾ ਹੈ, ਜਿਹੜਾ ਅੰਤ ਵੇਲੇ ਵੀ ਮੰਜੇ ਤੇ ਪਿਆ ਹੋਇਆ ਗੁਰਬਾਣੀ ਦਾ ਚਿੰਤਨ ਕਰਦਾ ਪਿਆ, ਜਿਹੜਾ ਅੰਤ ਵੇਲੇ ਵੀ ਰਾਮ ਰਾਮ ਕਹਿੰਦਾ ਪਿਆ, ਜਿਹੜਾ ਅੰਤ ਵੇਲੇ ਵੀ ਖੁਦਾ ਖੁਦਾ ਕਹਿੰਦਾ ਪਿਆ, ਜਿਹੜਾ ਅੰਤ ਵੇਲੇ ਵੀ ਵਾਹਿਗੁਰੂ ਦਾ ਚਿੰਤਨ ਕਰਦਾ ਹੈ। ਇਸ ਤਰ੍ਹਾਂ ਦੀ ਚਿੰਤਾ ਵਿੱਚ, ਇਸ ਤਰ੍ਹਾਂ ਦੀ ਸੋਚ ਵਿੱਚ, ਇਸ ਤਰ੍ਹਾਂ ਦੇ ਧਿਆਨ ਵਿੱਚ ਜਿਹਨੇ ਸਰੀਰ ਛੱਡਿਆ, ਮਹਾਰਾਜ ਕਹਿਣ ਲੱਗੇ ਤੇ ਨਰ ਮੁਕਤਾ, ਉਹ ਬੰਦਾ ਮੁਕਤ ਹੋ ਗਿਆ ਭਾਈ। ਮਹਾਰਾਜ ਕਿਵੇਂ ਮੁਕਤ ਹੋਇਆ ਹੈ? ਪੀਤੰਬਰ ਵਾ ਕੇ ਹਿਰਦੈ ਬਸੈ।
ਪੀਤ ਅੰਬਰ, ਅੰਬਰ ਨਾਮ ਹੈ ਕੱਪੜੇ ਦਾ, ਪੀਤ ਨਾਮ ਹੈ ਪੀਲੇ ਦਾ। ਪੀਲੇ ਕੱਪੜੇ ਵਾਲਾ ਜਿਹੜਾ ਪਰਮੇਸ਼ਰ ਹੈ ਉਹਦੇ ਹਿਰਦੇ ਵਿੱਚ ਵਸ ਜਾਂਦਾ ਹੈ। ਵਿਦਵਾਨਾਂ ਨੇ, ਗ੍ਰੰਥਕਾਰਾਂ ਨੇ ਜਾਂ ਸ਼ਾਸਤਰਾਂ ਵਿੱਚ ਇਹ ਲਿਖਿਆ ਹੋਇਆ ਕਿ ਪੀਲੇ ਵਸਤਰ ਜਿਹੜੇ ਨੇ ਉਹ ਭਗਵਾਨ ਨੂੰ ਬੜੇ ਸ਼ੋਭਾ ਪਾਉਂਦੇ ਨੇ। ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਜਦੋਂ ਆਪਣਾ ਸਰੀਰ ਛੱਡਿਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ, ਤੇ ਉਸ ਵੇਲੇ ਮਹਾਰਾਜ ਨੇ ਪੀਲੇ ਰੰਗ ਦੇ ਵਸਤਰ ਆਪਣੇ ਗਲ ਦੇ ਵਿੱਚ ਪਹਿਨੇ ਸਨ। ਜਿਹੜੀ ਰੋਜ਼ ਦੀ ਡਾਇਰੀ ਮਹਾਰਾਜ ਦੀ ਲਿਖੀ ਜਾਂਦੀ ਹੈ, ਭਾਈ ਹਰ ਸਿੰਘ ਲਿਖਦੇ ਨੇ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਮਹਾਰਾਜ ਨੇ ਇਸ ਰੰਗ ਦੇ ਵਸਤਰ ਉਸ ਦਿਨ ਪਾਏ ਸਨ ਕੇਸੀ ਇਸ਼ਨਾਨ ਕਰਕੇ, ਜਿਸ ਦਿਨ ਮਹਾਰਾਜ ਜੀ ਸੱਚਖੰਡ ਨੂੰ ਚੱਲੇ ਸਨ। ਤੇ ਸਤਿਗੁਰੂ ਕਹਿਣ ਲੱਗੇ ਪੀਤੰਬਰ ਵਾ ਕੇ ਹਿਰਦੈ ਬਸੈ, ਪੀਲੇ ਵਸਤਰਾਂ ਵਾਲੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਸਿੱਖ ਦੇ ਹਿਰਦੇ ਵਿੱਚ ਵਸ ਜਾਂਦੇ, ਉਹ ਫਿਰ ਸਿੱਖ ਮੁਕਤ ਹੋ ਜਾਂਦਾ ਹੈ। ਕਿਹੜਾ ਸਿੱਖ? ਜਿਹਨੇ ਅੰਤ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕੀਤਾ ਹੈ। ਤੇ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਸਨ, ਤੇ ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਾ, ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਮਹਾਰਾਜ ਛੱਡੋ ਇਹਨਾਂ ਨੂੰ, ਇਹਨਾਂ ਦੇ ਕੰਮ ਵਿੱਚ ਕੀ ਪੈ ਗਏ, ਉਹ ਛੱਡ ਦਿਓ, ਤੁਸੀਂ ਆਪ ਇਕੱਲੇ ਬਾਹਰ ਆ ਜਾਓ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਜਵਾਬ ਦਿੱਤਾ, ਕਹਿਣ ਲੱਗੇ ਜਹਾਂਗੀਰ ਬਾਦਸ਼ਾਹ ਤੂੰ ਤੇ ਸੰਸਾਰ ਦੀ ਜੇਲ੍ਹ ਦੀ ਗੱਲ ਕਰਦਾ, ਸੰਸਾਰੀ ਕਿਲੇ ਦੀ ਗੱਲ ਕਰਦਾ ਵੀ ਇਹ ਲੋਕ ਸਾਡੇ ਉੱਪਰ ਭਰੋਸਾ ਰੱਖ ਕੇ ਬੈਠੇ ਨੇ, ਸਾਡੇ ਅੱਗੇ ਮਿੰਨਤ ਕਰਦੇ ਪਏ, ਸਾਡਾ ਨਾਮ ਲੈਂਦੇ ਪਏ ਵੀ ਮਹਾਰਾਜ ਕਿਲੇ ਵਿੱਚੋਂ ਬਾਹਰ ਕੱਢੋ। ਇਹ ਦੁਨੀਆ ਦਾ ਕਿਲਾ ਤੇ ਬਿਲਕੁਲ ਛੋਟਾ ਜਿਹਾ, ਦੁਨੀਆ ਦੀ ਜੇਲ੍ਹ ਤੇ ਹੈ ਹੀ ਕੁਝ ਨਹੀਂ, ਜਿਹੜਾ ਸਾਡਾ ਨਾਮ ਲੈ ਕੇ ਇਹ ਗੱਲ ਕਹਿ ਦਿੰਦਾ ਨਾ ਕਿ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮੈਂ ਤੇਰਾ ਹਾਂ। ਪਾਤਸ਼ਾਹ ਕਹਿਣ ਲੱਗੇ ਅਸੀਂ ਤੇ ਉਹਨੂੰ ਨਰਕਾਂ ਦੀ ਜੇਲ੍ਹ ਵਿੱਚ ਨਹੀਂ ਪੈਣ ਦਿੰਦੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਸਾਡਾ ਨਾਮ ਲੈ ਕੇ ਆਖੇ ਮਹਾਰਾਜ ਮੈਂ ਤੇਰਾ ਹਾਂ, ਉਹਨੂੰ ਅਸੀਂ ਜਨਮਾਂ ਦੀ ਜੇਲ੍ਹ ਵਿੱਚ ਨਹੀਂ ਪੈਣ ਦਿੰਦੇ, ਜਨਮਾਂ ਵਿੱਚ ਨਹੀਂ ਆਉਣ ਦਿੰਦੇ, ਉਹਨੂੰ ਅਸੀਂ ਨਰਕਾਂ ਵਿੱਚ ਨਹੀਂ ਪੈਣ ਦਿੰਦੇ। ਤੇ ਬਾਦਸ਼ਾਹ ਇਹ ਇੰਨੇ ਰਾਜੇ ਸਾਡਾ ਨਾਮ ਲੈਂਦੇ ਪਏ, ਤੇ ਤੁਸੀਂ ਆਖਦੇ ਹੋ ਵੀ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਛੱਡ ਕੇ ਤੇ ਅਸੀਂ ਇਕੱਲੇ ਚਲੇ ਜਾਈਏ, ਕਿਵੇਂ ਹੋ ਸਕਦਾ ਹੈ? ਸਾਡਾ ਨਾਮ ਲੈਣ ਵਾਲਿਆਂ ਨੂੰ ਤੇ ਅਸੀਂ ਨਰਕਾਂ ਵਿੱਚੋਂ ਕੱਢ ਲੈਂਦੇ ਹਾਂ, ਜਨਮਾਂ ਵਿੱਚੋਂ ਕੱਢ ਲੈਂਦੇ ਹਾਂ, ਇਸ ਕਿਲੇ ਵਿੱਚੋਂ ਵੀ ਕੱਢਾਂਗੇ। ਤੇ ਮਹਾਰਾਜ ਨੇ ਉਹ 52 ਰਾਜੇ ਮੁਕਤ ਕਰਾਏ ਸਨ। ਆਪਾਂ ਇਤਿਹਾਸ ਸਰਵਣ ਕਰਦੇ ਹਾਂ। ਭਾਵ ਇਹ ਹੈ ਜਿਹੜਾ ਗੁਰੂ ਨੂੰ ਯਾਦ ਕਰਦਾ, ਗੁਰਬਾਣੀ ਨੂੰ ਪੜ੍ਹਦਾ, ਅੰਤ ਵੇਲੇ ਪਰਮੇਸ਼ਰ ਨੂੰ ਚੇਤੇ ਕਰ ਲੈਂਦਾ, ਮਹਾਰਾਜ ਕਹਿਣ ਲੱਗੇ ਭਾਈ ਉਹਨੂੰ ਜਨਮਾਂ ਤੋਂ ਵੀ ਗੁਰੂ ਕੱਢ ਲੈਂਦਾ ਹੈ। ਪਰ ਬਚਨ ਇੱਥੇ ਇਹ ਹੈ ਅੰਤ ਵੇਲੇ ਵੀ ਉਹਨੂੰ ਚੇਤੇ ਆਵੇਗਾ ਜਿਹਨੇ ਜ਼ਿੰਦਗੀ ਦੇ ਵਿੱਚ ਉਹਨੂੰ ਚੇਤੇ ਕੀਤਾ ਹੈ। ਜੇ ਆਪਾਂ ਸਾਰੀ ਉਮਰ ਗਾਲਾਂ ਹੀ ਕੱਢੀ ਗਏ, ਮਾੜਾ ਹੀ ਬੋਲੇ ਗਏ, ਮਾੜਾ ਹੀ ਸੁਣਦੇ ਰਹੇ, ਮਾੜਾ ਹੀ ਕਹਿੰਦੇ ਰਹੇ, ਤੇ ਅੰਤ ਵੇਲੇ ਰੱਬ ਦਾ ਨਾਮ ਚੇਤੇ ਨਹੀਂ ਆਉਣਾ, ਸਗੋਂ ਮੂੰਹ ਦੇ ਵਿੱਚੋਂ ਹਾਏ ਹਾਏ ਨਿਕਲਣਾ, ਹਾਏ 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 ਕਰਾਂਗੇ। ਅੰਤ ਵੇਲੇ ਰੱਬ ਉਹਨੂੰ ਚੇਤੇ ਆਉਣਾ ਜਿਹਨੇ ਜਿਉਂਦਿਆਂ ਉਸ ਦੇ ਨਾਮ ਨੂੰ ਜਪਦਾ ਰਿਹਾ, ਜਿਹੜਾ ਜਿਉਂਦਿਆਂ ਉਹਨੂੰ ਯਾਦ ਕਰਦਾ, ਅੰਤ ਵੇਲੇ ਵੀ ਉਹੀ ਉਸ ਨੂੰ ਯਾਦ ਆਉਂਦਾ ਹੈ। ਸਤਿਗੁਰੂ ਰਹਿਮਤ ਕਰਨ, ਉਪਦੇਸ਼ ਹਿਰਦੇ ਵਸੇ, ਸਾਡਾ ਭਲਾ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ